ਸਤਿ ਸ਼੍ਰੀ ਅਕਾਲ ਦੋਸਤੋ। ਅੱਜ ਅਸੀਂ ਆਪਣੀ ਸੀਰੀਜ਼ ਟਰਾਂਸਫਰਮੇਸ਼ਨ ਥਰੂ ਗੁਰਬਾਣੀ ਨੂੰ ਅੱਗੇ ਵਧਾਉਂਦਿਆਂ ਹੋਇਆਂ ਡਾਕਟਰ ਹਰਜੀਤ ਕੌਰ ਨਾਲ ਫੇਰ ਜੁੜਾਂਗੇ। ਤੋ ਆਓ ਡਾਕਟਰ ਸਾਹਿਬ ਦਾ ਸਵਾਗਤ ਕਰੀਏ। ਸਤਿ ਸ਼੍ਰੀ ਅਕਾਲ ਜੀ। ਜਿਵੇਂ ਤੁਸੀਂ ਕਿਹਾ, ਪਰਮਾਤਮਾ ਨੂੰ ਯਾਦ ਕਰਨਾ, ਉਸ ਦੀ ਰਜ਼ਾ 'ਚ ਰਹਿਣਾ, ਐਕਸੈਪਟੈਂਸ, ਚਾਹੇ ਲਾਭ ਹੈ ਜਾਂ ਹਾਨੀ ਹੈ, ਪਰ ਉਹਨੂੰ ਇੱਕ ਸਮ ਜਾਣਨਾ। ਪਰ ਇੱਕ ਜਿਗਿਆਸੂ ਦੇ ਤੌਰ 'ਤੇ ਪਰਮਾਤਮਾ ਸ਼ਾਇਦ ਸਾਨੂੰ ਜਾਂ ਜਿਹੜਾ ਕੋਈ ਸਿੱਖ ਰਿਹਾ ਉਹਨੂੰ ਪ੍ਰਤੱਖ ਨਜ਼ਰ ਨਹੀਂ ਆਉਂਦਾ ਕਿ ਅਸੀਂ ਇਸ ਤਰ੍ਹਾਂ ਹੀ ਸਮਝਦੇ ਹਾਂ ਕਿ ਕਿਸੇ ਚੀਜ਼ ਦੇ ਅੰਦਰ ਹੈ। ਬਹੁਤ ਤਰ੍ਹਾਂ ਦੀਆਂ ਉਦਾਹਰਣਾਂ ਦੇ ਦਿੱਤੀਆਂ ਜਾਂਦੀਆਂ ਨੇ ਵੀ ਦੁੱਧ ਦੇ ਅੰਦਰ ਘਿਓ ਹੈ ਪਰ ਦਿਖਦਾ ਨਹੀਂ ਹੈ ਨਾ। ਤੋ ਇਸ ਤਰ੍ਹਾਂ ਬਹੁਤ ਜਿੱਥੇ ਜਿੱਥੇ ਵੀ ਕਹਿ ਲਓ ਡੀਪ ਲੇਅਰਸ ਨੇ ਅਤੇ ਉਹਦੇ 'ਚੋਂ ਪਰਮਾਤਮਾ ਖੋਜਣ ਦੀ ਗੱਲ ਕੀਤੀ ਜਾਂਦੀ ਹੈ। ਪਰ ਇੱਕ ਆਮ ਬੰਦੇ ਲਈ ਜਿਸ ਨੂੰ ਬਾਰ-ਬਾਰ ਇਹ ਸਿਖਾਇਆ ਜਾ ਰਿਹਾ ਹੈ ਜਾਂ ਕਿਹਾ ਜਾ ਰਿਹਾ ਕਿ ਪਰਮਾਤਮਾ ਨੂੰ ਪਿਆਰ ਕਰੋ, ਪਰਮਾਤਮਾ ਨੂੰ ਯਾਦ ਤਾਂ ਹੀ ਕਰ ਸਕਦੇ ਹੋ ਜੇ ਤੁਹਾਡਾ ਕਿਸੇ ਨਾਲ ਲਗਾਵ ਹੋਵੇ। ਤੋ ਇਹ ਜਿਹੜੀ ਚੀਜ਼ ਦਿਖਦੀ ਹੀ ਨਹੀਂ ਅਤੇ ਤੁਸੀਂ ਉਹਦੇ ਨਾਲ ਇੱਕ ਤਰ੍ਹਾਂ ਨਾਲ ਮਨ ਜਾਂ ਤੁਹਾਡਾ ਦਿਲ ਕਿਵੇਂ ਲਗਾ ਸਕਦੇ ਹੋ? ਕਿਉਂਕਿ ਜੇ ਮਨ ਅਤੇ ਦਿਲ ਲੱਗ ਗਿਆ ਤਾਂ ਫਿਰ ਤਾਂ ਤੁਹਾਡੇ ਲਈ ਇੱਕ ਪ੍ਰੋਸੈਸ ਵੀ ਨਹੀਂ ਰਹੇਗਾ, ਐਫਰਟਲੈਸ ਹੋ ਜਾਏਗਾ। ਤੋ ਇਹ ਐਫਰਟਲੈਸਨੈਸ ਤੋਂ ਪਹੁੰਚਣ ਤੋਂ ਪਹਿਲਾਂ ਇਹ ਕਿਸ ਤਰ੍ਹਾਂ ਹੋ ਸਕਦਾ ਹੈ ਕਿ ਵੀ ਕਹਿ ਲਓ ਇਹ ਪਿਆਰ ਜਿਹੜਾ ਇੱਕ ਆਮ ਬੰਦੇ ਦਾ ਪੈ ਸਕੇ ਅਤੇ ਉਹ ਪਰਮਾਤਮਾ ਦੀ ਵਿਸ਼ਾਲਤਾ ਨੂੰ ਕਿਵੇਂ ਸਮਝਿਆ ਜਾ ਸਕਦਾ ਹੈ? ਇਹਦੇ ਵਿੱਚ ਇਹ ਹੈ, ਪਰਮਾਤਮਾ ਕੋਈ ਹੋਰ ਤਾਂ ਹੈ ਨਹੀਂ, ਮੇਰੀ ਆਤਮਾ। ਜੇ ਮੇਰੀ ਆਤਮਾ ਹੈ ਤਾਂ ਮੈਨੂੰ ਉਹ ਕਿੰਨੀ ਪਿਆਰੀ ਹੈ। ਤਾਂ ਸਭ ਤੋਂ ਪਹਿਲੇ ਇਨਸਾਨ ਆਪਣੇ ਆਪ ਨੂੰ ਪਿਆਰ ਕਰੇ। ਅਸੀਂ ਆਪਣੇ ਆਪ ਨੂੰ ਪਿਆਰ ਕਰਨ ਨੂੰ ਮੰਨਦੇ ਹਾਂ ਕਿ ਮੈਂ ਆਪਣੇ ਵਾਲਾਂ ਨੂੰ ਪਿਆਰ ਕਰ ਲਿਆ, ਮੇਰੇ ਵਾਲ ਬੜੇ ਲੰਬੇ ਨੇ। ਮੈਂ ਆਪਣੇ ਰੂਪ ਨੂੰ ਪਿਆਰ ਕਰ ਲਿਆ ਕਿਉਂਕਿ ਮੇਰੇ ਨੈਣ ਨਕਸ਼ ਬੜੇ ਸੁੰਦਰ ਹਨ। ਜਾਂ ਮੈਂ ਆਪਣੇ ਸਰੀਰ ਦੇ ਪ੍ਰਤੀ ਆਪਣਾ ਮੋਹ ਕਰਦਾ ਕਿ ਮੇਰੇ ਹੱਥ ਬੜੇ ਸੋਹਣੇ ਆ ਅਤੇ ਮੇਰੀ ਲੱਤਾਂ ਬਹੁਤ ਖੂਬਸੂਰਤ ਨੇ। ਸੋ ਅਸੀਂ ਰੂਪ ਨੂੰ ਪਿਆਰ ਕਰਦੇ ਹਾਂ। ਇਸ ਦੇ ਪਿੱਛੇ ਵੀ ਤਾਂ ਹੈ ਹੋਰ, ਮੈਂ ਸਿਰਫ ਸਰੀਰ ਤਾਂ ਨਹੀਂ ਨਾ। ਜੇ ਮੈਂ ਸਰੀਰ ਨਹੀਂ ਤਾਂ ਮੈਨੂੰ ਲੱਗਦਾ ਕਿ ਮੈਂ ਬੁੱਧੀ ਹਾਂ ਅਤੇ ਮੈਂ ਕਿੱਡਾ ਗਿਆਨਵਾਨ ਹਾਂ, ਮੇਰੇ ਅੰਦਰ ਕਿੰਨੀ ਸਮਝ ਹੈ। ਫਿਰ ਮੈਂ ਉਸ ਚੀਜ਼ ਨਾਲ ਪਿਆਰ ਕਰਨਾ ਸ਼ੁਰੂ ਕਰ ਦਿੰਦਾ। ਹੌਲੀ ਹੌਲੀ ਪਰਤਾਂ ਗਿਰਾਓ ਅਤੇ ਫਿਰ ਲੱਗਦਾ ਕਿ ਵੀ ਮੇਰੀ ਮੈਮਰੀ ਕਿੰਨੀ ਵਧੀਆ ਹੈ ਅਤੇ ਮੈਂ ਉਸ ਦੇ ਉੱਤੇ ਹੀ ਨਾਜ਼ ਨਖਰਾ ਕਰਨਾ ਸ਼ੁਰੂ ਕਰ ਦਿੰਦਾ। ਔਰ ਮੈਂ ਕਿੰਨੀਆਂ ਪੁਰਾਣੀਆਂ ਗੱਲਾਂ ਸੋਚ ਲੈਂਦਾ। ਅਸਲ 'ਚ ਮੇਰਾ ਇਹ ਵੀ ਆਪਾ ਨਹੀਂ, ਕਿਉਂਕਿ ਮੈਮਰੀ ਦਾ ਵੀ ਮੈਂ ਪ੍ਰਕਾਸ਼ਕ ਹਾਂ, ਬੁੱਧੀ ਦਾ ਵੀ ਮੈਂ ਪ੍ਰਕਾਸ਼ਕ ਹਾਂ, ਸਰੀਰ ਦਾ ਵੀ ਮੈਂ ਪ੍ਰਕਾਸ਼ਕ ਹਾਂ। ਸੋ ਇਹ ਤਾਂ ਸਾਰੇ ਮੇਰੇ ਹੋਣ ਕਰਕੇ ਹੈ। ਅਸਲ ਜੋ ਹੈ ਉਹ ਮੈਂ ਆਤਮ ਰੂਪ ਹੀ ਹਾਂ ਅਤੇ ਮੈਂ ਉਸ ਪਰਮਾਤਮਾ ਦੀ ਹੀ ਅੰਸ਼ ਹਾਂ। ਅਤੇ ਇਹਦਾ ਮਤਲਬ ਆਪਣੇ ਆਪ ਨੂੰ ਯਾਦ ਕਰਨਾ ਕਿਹੜਾ ਔਖਾ ਭਾਈ। ਤਾਂ ਆਪਣੇ ਆਪ ਨੂੰ ਯਾਦ ਕਰੋ, ਆਪਣੇ ਰੋਜ਼ ਇਹ ਅਭਿਆਸ ਕਰੋ ਕਿ ਮੈਂ ਪਰਮਾਤਮਾ ਤੋਂ ਭਿੰਨ ਨਹੀਂ। ਪਰਮਾਤਮਾ ਮੇਰਾ ਵੱਡਾ ਸਰੂਪ ਹੈ ਔਰ ਮੈਂ ਸੁੱਖ ਸ਼ਾਂਤੀ ਸਰੂਪ ਹਾਂ ਔਰ ਮੈਨੂੰ ਕਦੀ ਮੌਤ ਨਹੀਂ ਆਈ। ਮੈਂ ਸੱਤ ਚਿੱਤ ਆਨੰਦ ਰੂਪ ਹਾਂ ਔਰ ਮੇਰੇ ਅੰਦਰ ਖੇੜਾ ਮੇਰਾ ਸਦੀਵੀ ਸੁਭਾਵ ਹੈ। ਸੁਖੀ ਰਹਿਣਾ ਮੇਰਾ ਸੁਭਾਅ ਹੈ। ਦੁੱਖ ਕੁਛ ਦਿਨ ਲਈ ਆਉਂਦਾ ਔਰ ਦੁੱਖ ਮੇਰੇ ਆਤਮਾ ਨੂੰ ਨਹੀਂ ਪਾਉਂਦਾ, ਮੇਰੀਆਂ ਮਨੋਤਾਂ ਨੂੰ ਪਾਉਂਦਾ। ਜੇ ਜਿਨ੍ਹਾਂ ਚੀਜ਼ਾਂ ਕਰਕੇ ਮੈਂ ਦੁਖੀ ਹੁੰਦਾ ਉਹਨਾਂ ਨੂੰ ਮੈਂ ਪਾਸੇ ਕਰਾਂ, ਉਹਨਾਂ ਖਿਆਲਾਂ ਨੂੰ ਮੈਂ ਪਾਸੇ ਕਰਾਂ। ਇੱਕ ਬੰਦੇ ਦਾ ਬੜਾ ਆਪਰੇਸ਼ਨ ਹੋਇਆ ਅਤੇ ਉਹ ਜਦੋਂ ਉਹਨੂੰ ਨੀਂਦ ਆ ਜਾਂਦੀ ਉਹਨੂੰ ਸਰੀਰ ਦਾ ਦੁੱਖ ਭੁੱਲ ਜਾਂਦਾ। ਇਹਦਾ ਮਤਲਬ ਇਹ ਤਾਂ ਨਹੀਂ ਉਹਨੂੰ ਪੱਟੀ ਨਹੀਂ ਲੱਗੀ ਹੋਈ ਜਾਂ ਜ਼ਖਮ ਉਹਦਾ ਭਰਿਆ ਗਿਆ। ਜ਼ਖਮ ਨੂੰ ਭਰਨ ਨੂੰ ਤਾਂ ਟਾਈਮ ਲੱਗੇਗਾ, ਲੇਕਿਨ ਨੀਂਦ ਇੱਕ ਐਸੀ ਚੀਜ਼ ਹੈ
ਜਿਸ ਨਾਲ ਅਸੀਂ ਆਪਣੇ ਅੰਤਰਾਤਮੇ ਨਾਲ ਜੁੜ ਜਾਂਦੇ ਹਾਂ। ਤੇ ਜਿਹਨੂੰ ਜਾਗਦੇ ਹੋਏ ਵੀ ਉਸ ਅਵਸਥਾ ਜੋ ਅਸੀਂ ਨੀਂਦ ਦੇ ਰਾਹੀਂ ਪ੍ਰਾਪਤ ਕਰਦੇ ਹਾਂ, ਅਗਰ ਉਸ ਅਵਸਥਾ ਤੱਕ ਪਹੁੰਚਣਾ ਆ ਜਾਏ, ਤੇ ਇਹਦਾ ਮਤਲਬ ਇਹ ਹੈ ਕਿ ਉਹ ਬੰਦਾ ਆਪਣੇ ਆਪ ਨਾਲ ਜੁੜਿਆ। ਔਰ ਇਸ ਦਾ ਅਭਿਆਸ ਹੀ ਬ੍ਰਹਮ ਅਭਿਆਸ ਹੈ। ਅੰਮ੍ਰਿਤ ਵੇਲੇ ਜਾਗਣਾ, ਅਭਿਆਸ ਕਰਨਾ, ਨਾਮ ਜਪਣਾ, ਇਹ ਹਰ ਧਰਮ ਵਿੱਚ ਗੁਰੂਆਂ, ਪੀਰਾਂ, ਫਕੀਰਾਂ ਸਭ ਨੇ ਇਸ ਚੀਜ਼ ਦੀ ਮਾਨਤਾ ਕਹੀ ਹੈ ਕਿ ਆਪਣਾ ਸਿਮਰਨ ਜਿਹੜਾ ਹੈ, ਸਵੈ ਸਿਮਰਨ, ਪਰਮਾਤਮਾ ਦਾ ਸਿਮਰਨ ਵੀ ਸਵੈ ਸਿਮਰਨ ਹੀ ਹੈ। ਕਿਉਂਕਿ ਅਸਲ 'ਚ ਅਸੀਂ ਆਪਣੇ ਪਰਮ ਸੁੱਖ ਨੂੰ ਲੈਣ ਹੀ ਜਾਂਦੇ ਹਾਂ, ਅਸੀਂ ਹੋਰ ਕੁਛ ਨਹੀਂ ਲੈਣ ਜਾਂਦੇ। ਔਰ ਸੁੱਖ ਸਾਨੂੰ ਸਿਰਫ ਸਦੀਵੀ ਸੁੱਖ ਮਿਲਦਾ ਵੀ ਉੱਤੋਂ ਹੀ ਹੈ, ਚੀਜ਼ਾਂ ਤੋਂ ਪ੍ਰਾਪਤ ਨਹੀਂ ਹੋ ਸਕਦਾ। ਤੁਸੀਂ ਜਿੰਨੇ ਮਰਜ਼ੀ ਵੱਡੇ ਮਹਿਲ ਦੇ ਮਾਲਕ ਹੋ ਜਾਓ, ਜਿੰਨਾ ਜ਼ਿਆਦਾ ਮਰਜ਼ੀ ਤੁਹਾਡੇ ਕੋਲ ਧਨ ਹੋ ਜਾਏ, ਲੇਕਿਨ ਸੁਖੀ ਤੇ ਉਹ ਵੀ ਨਹੀਂ। ਨੀਂਦ ਦੀ ਗੋਲੀਆਂ ਤੇ ਉਹ ਵੀ ਖਾ ਕੇ ਸੌਂਦੇ ਨੇ। ਸੁਖੀ ਕੌਣ ਹੈ? ਸੋ ਸੁਖੀਆ ਜਿਸ ਨਾਮ ਆਧਾਰ, ਨਾਨਕ ਦੁਖੀਆ ਸਭ ਸੰਸਾਰ। ਸੁਖੀ ਉਹੀ ਰਹਿ ਸਕਦਾ ਹੈ ਜਿਹੜਾ ਉਹਦੇ ਨਾਮ ਨੂੰ ਧਿਆਉਂਦਾ ਹੈ ਔਰ ਉਹਦੇ ਵਿੱਚ ਇਹ ਦ੍ਰਿੜ ਕਰ ਲੈਂਦਾ ਹੈ ਕਿ ਮੈਂ ਸੁਖ ਸਰੂਪ ਹਾਂ, ਮੇਰੇ ਸਰੂਪ ਵਿੱਚ 3 ਕਾਲ ਵੀ ਦੁੱਖ ਨਹੀਂ, ਮੇਰੇ ਅੰਦਰ 3 ਕਾਲ ਵੀ ਮੌਤ ਨਹੀਂ। ਇਹ ਮਰਦਾ ਸਰੀਰ ਹੈ, ਜਨਮ ਮਰਨ ਹੈ ਦੇਹ ਕੋ, ਤੇ ਭੁੱਖ ਪਿਆਸ ਹੈ ਪ੍ਰਾਣ। ਹੁਣ ਉਹਨਾਂ ਦਾ ਵੀ ਦੁੱਖ ਹੁੰਦਾ ਕਿ ਭੁੱਖ ਲੱਗੀ ਹੋਏ ਤੇ ਕਿੰਨੀ ਤਕਲੀਫ ਹੈ ਜੇ ਰੋਟੀ ਨਾ ਮਿਲੇ, ਪਰ ਖੁਦਿਆ ਨਿਵਰਤ ਹੋ ਜਾਏ ਇਨਸਾਨ ਤ੍ਰਿਪਤ ਹੋ ਜਾਂਦਾ। ਪਰ ਇਸ ਤੋਂ ਵੀ ਅੱਗੇ ਹੈ, ਜਨਮ ਮਰਨ ਹੈ ਦੇਹ ਕੋ, ਭੁੱਖ ਪਿਆਸ ਹੈ ਪ੍ਰਾਣ, ਹਰਖ ਸੋਗ ਮਨ ਕੇ ਧਰਮ। ਹਰਖ ਤੇ ਸੋਗ ਕਰਨਾ ਇਹ ਮਨ ਦਾ ਧਰਮ ਹੈ। ਫੀਲਿੰਗਸ, ਯਾਨੀ ਕਿ ਚੰਗਾ ਹੋ ਗਿਆ ਜਾਂ ਮਾੜਾ ਹੋ ਗਿਆ, ਤੇ ਮੈਂ ਚੰਗਾ ਹੋਏ ਤਾਂ ਖੁਸ਼ ਹੋ ਜਾਣਾ, ਮਾੜਾ ਹੋਏ ਤਾਂ ਦੁਖੀ ਹੋ ਜਾਣਾ। ਇਹ ਜਿਹੜਾ ਹੈ ਮਨ ਦਾ ਧਰਮ ਹੈ। ਸੋ ਦੇਹ ਦੇ ਧਰਮ ਵੱਖਰੇ ਕਰ ਲਓ, ਪ੍ਰਾਣਾਂ ਦੇ ਧਰਮ ਵੱਖਰੇ ਕਰ ਲਓ। ਭੁੱਖ ਪਿਆਸ ਪ੍ਰਾਣ ਦਾ ਧਰਮ ਹੈ, ਔਰ ਮਨ ਦਾ ਹਰਖ ਸ਼ੋਕ ਕਰਨਾ ਇਹ ਵੱਖਰੇ ਕਰ ਲਓ। ਤੇ ਫਿਰ ਆਤਮ ਸਾਖੀ ਮਾਨ, ਆਤਮਾ ਜੋ ਹੈ ਜੀਵਤ ਹੈ, ਚੇਤਨ ਹੈ, ਉਹਦੇ ਕਰਕੇ ਮੈਨੂੰ ਇਹਨਾਂ ਤਿੰਨਾਂ ਦੇ ਦੁੱਖ ਸੁੱਖ ਦਾ ਅਨੁਭਵ ਹੁੰਦਾ। ਤਿੰਨਾਂ ਅਵਸਥਾ ਤੋਂ ਜੋ ਉੱਪਰ ਹੈ, 3 ਅਵਸਥਾ ਸੇ ਜੋ ਮੁਕਤਾ ਸੋਈ ਸੁਹੇਲਾ ਪਾਲੀਏ। ਆ 3 ਜਿਹੜੀਆਂ ਮੇਰੀਆਂ ਅਵਸਥਾਵਾਂ ਨੇ, ਭਾਵੇਂ ਉਹ ਜਾਗਰ ਸੁਪਨ ਸੁਖੋਪਤ, ਉਹਨਾਂ ਵਿੱਚ ਹੀ ਵਿਹਾਰ ਹੈ, ਉਸ ਤੋਂ ਅੱਗੇ ਤਾਂ ਵਿਹਾਰ ਵੀ ਨਹੀਂ। ਜਦੋਂ ਤੁਰਿਆ ਅਵਸਥਾ ਹੈ ਤੇ ਉਹਦੇ ਅੱਗੇ ਵਿਹਾਰ ਵੀ ਨਹੀਂ ਹੈ। ਤਾਂ ਇਸ ਕਰਕੇ ਤੇ ਇਹਨਾਂ ਸਾਰੀਆਂ ਅਵਸਥਾ ਤੋਂ ਉੱਪਰ ਹੋ ਕੇ ਇਨਸਾਨ ਆਪਣੇ ਆਪ ਨੂੰ ਸੁਖੀ ਕਰ ਸਕਦਾ ਹੈ। ਇੱਕ ਚੀਜ਼ ਮੈਂ ਹੋਰ ਵੀ ਇੱਥੇ ਕਹਿਣਾ ਚਾਹਾਂਗੀ ਕਿ ਬੜੇ ਤਰੀਕੇ ਹਨ ਜਿਸ ਤਰ੍ਹਾਂ ਆਪਣੇ ਧਿਆਨ ਨੂੰ ਸਾਧਿਆ ਜਾ ਸਕਦਾ ਹੈ। ਤੇ ਸਵਾਸਾਂ ਦਾ ਜੋ ਹੈ ਉਹ ਅਭਿਆਸ, ਉਹ ਬਹੁਤ ਹੀ ਸਹਾਈ ਹੈ ਇਕਾਗਰਤਾ ਲਿਆਉਣ ਵਾਸਤੇ, ਮਨ ਨੂੰ ਟਿਕਾਉਣ ਵਾਸਤੇ। ਸੋ ਉਹ ਅਭਿਆਸ ਆਪਾਂ ਜ਼ਰੂਰ ਕਰੀਏ। ਗਹਿਰੇ ਸਵਾਸਾਂ ਦੇ ਨਾਲ ਸ਼ਬਦ ਦਾ ਅਭਿਆਸ ਕਰ ਸਕਦੇ ਹਾਂ ਕਿ ਜਿਵੇਂ ਹਰ ਇੱਕ ਧਰਮ ਦੇ ਵਿੱਚ ਅਲੱਗ-ਅਲੱਗ ਅਕਸ਼ਰ ਨੂੰ ਆਪਣਾ ਲਕਸ਼ ਬਣਾਇਆ ਗਿਆ ਹੈ ਕਿ ਉਸ ਦਾ ਜਾਪ ਕਰੋ, ਅਤੇ ਉਹ ਹਰ ਅਕਸ਼ਰ ਦੇ ਉੱਤੇ ਕਿੰਨਾ ਸਟਰੈਸ ਆਉਂਦੇ ਸਵਾਸ ਅਤੇ ਜਾਂਦੇ ਸਵਾਸ ਦੇ ਵਿੱਚ ਜੋ ਹੈ ਉਹ ਦਿੱਤਾ ਜਾ ਸਕਦਾ ਹੈ। ਉਹ ਵਾਹਿਗੁਰੂ ਸ਼ਬਦ, ਉਹਦੇ ਵਿੱਚ ਵੀ ਇਸੇ ਤਰੀਕੇ ਹੀ ਉਹ ਤੁਸੀਂ ਸਵਾਸ ਜੋ ਹੈ ਉਹ ਲੈ ਸਕਦੇ ਹੋ, ਛੱਡ ਸਕਦੇ ਹੋ। ਆਉਂਦੇ ਸਵਾਸ ਨਾਲ ਵਾਹਿਗੁਰੂ, ਵਾਹਿਗੁਰੂ, ਵਾਹ ਜੋ ਹੈ ਉਹ ਧੁਨੀ ਤੱਕ ਉਹ ਤੁਹਾਡਾ ਸਵਾਸ ਜਾਣਾ ਚਾਹੀਦਾ, ਹਿਰਦੇ ਨਾਲ ਹੀ ਹੈ, ਅਤੇ ਗੁਰੂ ਜੋ ਹੈ ਉਹ ਬਾਹਰ ਆਉਂਦੇ ਸਵਾਸ ਨਾਲ ਕਹਿਣਾ ਹੈ।
ਅਗਰ ਇਸ ਦਾ ਅਭਿਆਸ ਹੋ ਜਾਏ ਤੇ ਤੁਸੀਂ ਸਵਾਸਾਂ ਦੀ ਲੈਅ ਦੇ ਨਾਲ ਸਹਿਜ ਹੀ ਉਸ ਅਵਸਥਾ 'ਤੇ ਪਹੁੰਚ ਸਕਦੇ ਹੋ ਜੋ ਤੁਹਾਨੂੰ ਪਰਮਾਤਮਾ ਦੀ ਵਾਈਬ੍ਰੇਸ਼ਨ ਦੇ ਨਾਲ ਟੱਚ ਕਰਾਏਗਾ ਔਰ ਉਹ ਤੁਹਾਨੂੰ ਪਰਮ ਆਨੰਦ ਤੱਕ ਲੈ ਜਾ ਸਕਦਾ ਹੈ। ਉਹ ਵੱਖਰੀ ਗੱਲ ਹੈ ਕਿ ਜਦੋਂ ਤੁਸੀਂ ਉਸ ਆਨੰਦ ਅਵਸਥਾ ਵਿੱਚ ਹੋ ਤਾਂ ਇੱਕ ਗੱਲ ਜਾਣ ਲਓ ਕਿ ਉਹ ਆਪੇ ਹੀ ਉਹ ਸ਼ਬਦ ਜੋ ਹੈ ਉਹ ਉੱਥੇ ਖਤਮ ਹੋ ਜਾਏਗਾ। ਉਹ ਅਕਸ਼ਰ ਜਿਹੜੇ ਤੁਹਾਨੂੰ ਉਸ ਅਵਸਥਾ ਤੱਕ ਪਹੁੰਚਾਉਂਦੇ ਹਨ, ਜਦੋਂ ਤੁਸੀਂ ਉਸ ਅਵਸਥਾ 'ਤੇ ਪਹੁੰਚ ਗਏ ਆਪੇ ਹੀ ਚੜ ਜਾਣਗੇ, ਕਿਉਂਕਿ ਉਹਨਾਂ ਨੇ ਤੁਹਾਨੂੰ ਉੱਥੇ ਪਹੁੰਚਾ ਦਿੱਤਾ। ਤਾਂ ਇਸ ਕਰਕੇ ਉਸ ਅਵਸਥਾ 'ਤੇ ਪਹੁੰਚਦਿਆਂ ਨਾ ਕੋਈ ਵਰਡਸ ਨੇ, ਨਾ ਕੋਈ ਫੀਲਿੰਗਸ ਨੇ, ਕੁਛ ਨਹੀਂ ਹੈ। ਇੱਕ ਸਹਿਜ ਆਨੰਦ ਦੀ ਬ੍ਰਿਤੀ ਹੈ ਔਰ ਆਨੰਦ ਹੀ ਆਨੰਦ ਹੈ। ਔਰ ਜਿਸ ਨੂੰ ਇਸ ਦਾ ਮਜ਼ਾ ਪੈ ਗਿਆ ਇਸ ਆਨੰਦ ਦਾ, ਉਹ ਜੈਸੇ ਗੂੰਗੇ ਕੀ ਮਟਿਆਈ, ਆ ਹਰ ਗੁਣ ਕਹਤੇ ਕਹਿਣ ਨਾ ਜਾਈ। ਉਹ ਗੁਣਾਂ ਦੇ ਨੂੰ ਬਿਆਨ ਕਰਦੇ ਕਰਦੇ, ਸਵਾਸਾਂ ਦਾ ਅਭਿਆਸ ਕਰਦੇ ਕਰਦੇ ਇੱਕ ਵੈਰਾਈਟੀ ਆ ਜਾਂਦੀ ਏ ਆਪਣੀ ਪੂਜਾ ਅਰਚਨਾ ਆਰਾਧਨਾ। ਇਹ ਸ਼ੁਰੂ ਦੇ ਅਭਿਆਸ ਨੇ, ਹੌਲੀ ਹੌਲੀ ਇੱਕ ਅਭਿਆਸ ਬਣ ਜਾਂਦਾ ਵੀ ਆਪਾਂ ਸਵਾਸ ਕਿਉਂ ਨਾ ਚੇਤੇ ਕਰੀਏ। ਜੇ ਇੰਨਾ ਹੀ ਸੁੱਖ ਹੈ ਤਾਂ ਫਿਰ ਕਿਉਂ ਨਾ ਉਹਨੂੰ ਧਿਆਈਏ। ਅਤੇ ਫਿਰ ਆਪਾਂ ਹੌਲੀ ਹੌਲੀ ਉਹਨੂੰ ਸਹਿਜ ਕਰ ਲੈਂਦੇ ਹਾਂ। ਹੌਲੀ ਹੌਲੀ ਅਸੀਂ ਉਹਨਾਂ ਸਪੇਸਿਸ ਨੂੰ ਵੇਖਣਾ ਸ਼ੁਰੂ ਕਰ ਦਿੰਦੇ ਹਾਂ ਜਿਹੜੇ ਅੱਖਰਾਂ ਤੋਂ ਵੀ ਪਾਰ ਨੇ, ਅਤੇ ਹੌਲੀ ਹੌਲੀ ਅਸੀਂ ਸਹਿਜ ਜੁੜ ਜਾਂਦੇ ਹਾਂ। ਕੋਈ ਗੱਲ ਨਹੀਂ। ਤੋ ਇੰਨੇ ਤੁਸੀਂ ਕਾਫੀ ਕਈ ਸ਼ਬਦ ਵਰਤੇ ਜਿਹਦੇ 'ਚ ਕਈ ਅਵਸਥਾਵਾਂ, ਤੋ ਆਈ ਥਿੰਕ ਅੱਜ ਦੇ ਵਿਸ਼ੇ ਤੋਂ ਤਾਂ ਉਹ ਬਾਹਰ ਹੀ ਹੋਣਗੀਆਂ, ਤੁਰੀਆ ਜਾਂ ਤੁਸੀਂ ਸਖੋਪਤ ਜਾਂ ਕੁਛ ਵਰਡਸ ਵਰਤੇ, ਉਹ ਅਸੀਂ ਕਿਸੇ ਹੋਰ ਐਪੀਸੋਡ 'ਚ ਡਿਸਕਸ ਕਰਾਂਗੇ। ਪਰ ਹੁਣ ਤੁਸੀਂ ਇਹ ਗੱਲ ਜਿਸ ਤਰ੍ਹਾਂ ਕਹੀ ਹੈ, ਬੜੀ ਕਹਿ ਲਓ ਸਭ ਲਈ ਇੱਕ ਤਰ੍ਹਾਂ ਨਾਲ ਲਾਗੂ ਹੁੰਦੀ ਹੈ। ਡਜ਼ਨਟ ਮੈਟਰ ਤੁਸੀਂ ਕਿਹੜੇ ਧਰਮ ਜਾਂ ਕਿਸ ਨਾਲ ਬਿਲੋਂਗ ਕਰਦੇ ਹੋ, ਅਤੇ ਸਭ ਲਈ ਸਾਂਝੀਆਂ ਗੱਲਾਂ ਨੇ। ਪਰ ਇੱਕ ਸਿੱਖ ਦੇ ਤੌਰ 'ਤੇ ਜਿਹੜਾ ਗੁਰੂ ਦਾ ਰੋਲ ਹੈ ਇਹਦੇ ਵਿੱਚ, ਜਾਂ ਜੋ ਸਾਨੂੰ ਰਹਿਤ ਮਰਿਆਦਾ ਜਾਂ ਜੋ ਇੱਕ ਰਿਚੁਅਲਿਜ਼ਮ ਜਿਹੜਾ ਸਾਨੂੰ ਵੀ ਦਿੱਤਾ ਗਿਆ ਹੈ, ਉਹ ਕਿਸ ਤਰ੍ਹਾਂ ਸਾਡੀ ਮਦਦ ਕਰਦਾ ਹੈ ਇਸ ਰਸਤੇ ਉੱਤੇ ਤੁਰਨ ਲਈ? ਰਿਚੁਅਲ ਇਸ ਲਈ ਹਨ ਕਿ ਬੰਦਾ ਆਪਣਾ ਜੀਵਨ ਇੱਕ ਡਿਸਿਪਲਨ ਦੇ ਵਿੱਚ ਗੁਜ਼ਾਰੇ। ਜਿੰਨਾ ਅਸੀਂ ਆਪਣੇ ਆਪ ਨੂੰ ਡਿਸਿਪਲਨ ਰੱਖਾਂਗੇ ਓਨਾ ਹੀ ਅਸੀਂ ਟਾਈਮ ਸੇਵਿੰਗ ਕਰਦੇ ਅਤੇ ਸਾਡੀ ਐਨਰਜੀ ਵੀ ਸੇਵ ਹੁੰਦੀ ਹੈ। ਇਸ ਕਰਕੇ, ਔਰ ਨਾਲੇ ਇੱਕ ਹੋਰ ਗੱਲ ਹੈ ਕਿ ਬੰਦੇ ਦੇ ਮਨ ਦੀ ਬ੍ਰਿਤੀ ਜਿਹੜੀ ਹੈ ਉਹ ਹਰ ਵੇਲੇ ਇੱਕੋ ਜਿਹੀ ਨਹੀਂ ਰਹਿੰਦੀ। ਕਦੀ ਤੇ ਜਿਹੜਾ ਊਬ ਚੜ੍ਹਤ ਕਬੂ ਜਾਏ ਪਿਆਲੇ, ਤਾਂ ਕਦੀ ਤੇ ਮਨ ਕਿਤੇ ਉੱਚੀਆਂ ਉਡਾਰੀਆਂ ਕਰਦਾ, ਕਦੀ ਉੱਥੇ ਹੇਠਾਂ ਨੂੰ ਆਉਂਦਾ, ਕਿਉਂਕਿ ਦੁਨੀਆ ਦੀ ਲਾਭਾਨੀ ਨਾਲ ਇਹਨੇ ਆਪਣੇ ਆਪ ਨੂੰ ਜੋੜਿਆ ਹੋਇਆ। ਅਤੇ ਇਹਨੂੰ ਸਤਤ ਅਭਿਆਸ, ਮਤਲਬ ਸਦਾ ਸਾਵਧਾਨ ਹੋ ਕੇ ਚਿੰਤਨ ਕਰਨਾ ਪੈਂਦਾ। ਸਾਵਧਾਨ ਏਕਾਗਰ ਚੀਤ, ਤੋ ਹਰ ਵਕਤ ਮਨ 'ਤੇ ਪਹਿਰਾ ਦੇਣਾ ਪੈਂਦਾ ਕਿ ਫਿਸਲਣ 'ਤੇ ਨਹੀਂ ਲੱਗਾ। ਇਸ ਕਰਕੇ ਸਾਨੂੰ ਜੋ ਛੋਟੇ ਛੋਟੇ ਜੋ ਅਭਿਆਸ, ਵੀ ਸਵੇਰੇ ਉੱਠਣਾ, ਟਾਈਮ ਨਾਲ ਆਪਣਾ ਇਸ਼ਨਾਨ ਕਰਨਾ, ਉਹ ਸਵੇਰ ਦੀ ਪ੍ਰਾਰਥਨਾ ਕਰਨੀ, ਕਿਸੇ ਸਤਸੰਗ ਵਿੱਚ, ਮੰਦਰ ਗੁਰਦੁਆਰੇ ਜਿੱਥੇ ਵੀ ਜਾਣਾ, ਉਹ ਆਪਣੇ ਧਰਮ ਮੁਤਾਬਕ ਉੱਥੇ ਜਾਣਾ। ਮਨ ਦੇ ਵਿੱਚ ਇਹ ਰੱਖਣਾ ਕਿ ਮੈਂ ਚੰਗੇ ਮਨੁੱਖਾਂ ਦੇ ਦਰਸ਼ਨ ਕਰਾਂ ਅਤੇ ਮੈਨੂੰ ਉਹਨਾਂ ਨੂੰ ਦੇਖ ਕੇ ਪਰਮਾਤਮਾ ਦੀ ਯਾਦ ਆਵੇ। ਗੱਲ ਇਹ ਹੈ, ਅਸੀਂ ਹੋਰ ਪਾਸੇ ਪੈ ਜਾਂਦੇ ਹਾਂ। ਅਸੀਂ ਉਹਨੂੰ ਦੇਖਣ ਦੀ ਬਜਾਏ, ਉਹਨੂੰ ਯਾਦ ਕਰਨ ਦੀ ਬਜਾਏ ਦੁਨਿਆਵੀ ਲੋੜਾਂ ਦੇ ਦੁਨਿਆਵੀ ਪਦਾਰਥਾਂ ਦਾ ਚਿੰਤਨ ਸ਼ੁਰੂ ਕਰ ਦਿੰਦੇ ਹਾਂ। ਇੱਕ ਦੂਜੇ ਨੂੰ ਦੇਖ ਕੇ, ਉਹਨਾਂ ਨੂੰ ਦੇਖ ਕੇ ਸਾਨੂੰ ਹੋਰ ਤਰ੍ਹਾਂ ਦੇ ਖਿਆਲ ਆਉਣੇ ਸ਼ੁਰੂ ਹੋ ਜਾਂਦੇ। ਸੋ ਕਹਿਣ ਤੋਂ ਭਾਵ ਇਹ ਹੈ ਕਿ ਅਸੀਂ ਆਪਣੇ ਆਪ ਨੂੰ ਟ੍ਰੇਨਿੰਗ ਦੇਣੀ ਹੈ ਕਿ ਮੈਂ
ਕੀ ਵੇਖਣਾ ਹੈ, ਕੀ ਸੁਣਨਾ ਹੈ, ਔਰ ਕਿੰਨਾ ਲੋਕਾਂ ਨੂੰ ਮਿਲਣਾ ਹੈ। ਇਹ ਮੈਨੂੰ ਆਪਣੇ ਵਿਹਾਰ ਦੇ ਵਿੱਚ ਸੁਧਾਰ ਲਿਆਉਣਾ ਪਏਗਾ ਜੇ ਮੈਂ ਆਪਣੇ ਮਨ ਦੀ ਸ਼ਾਂਤੀ ਚਾਹੁੰਦਾ। ਅਤੇ ਜੇ ਮੈਂ ਹਲੇ ਉਪਰਾ ਉਪਰਾ ਹੀ ਸੋਚਿਆ ਕਿ ਵੀ ਮੈਂ ਪਰਮਾਤਮਾ ਦੇ ਰਸਤੇ 'ਤੇ ਚੱਲਦਾ ਜਾਂ ਚੱਲਾਂਗਾ, ਪਰ ਮੈਨੂੰ ਪਤਾ ਨਹੀਂ ਮੈਂ ਕਿਉਂ ਚੱਲਣਾ, ਅਤੇ ਫਿਰ ਦਿਖਾਵੇ ਲਈ ਤਾਂ ਸਾਰੀ ਦੁਨੀਆ ਮੰਦਰ ਵੀ ਜਾ ਰਹੀ, ਮਸਜਿਦ ਵੀ ਜਾ ਰਹੀ ਹੈ, ਗੁਰਦੁਆਰੇ ਵੀ ਜਾ ਰਹੀ ਹੈ। ਮੈਨੂੰ ਪਤਾ ਹੋਣਾ ਚਾਹੀਦਾ ਕਿ ਮੇਰਾ ਲਕਸ਼ ਕੀ ਹੈ। ਮੈਂ ਗੁਰਦੁਆਰੇ ਕਿਉਂ ਜਾ ਰਿਹਾ, ਮੈਂ ਮੰਦਰ ਕਿਉਂ ਜਾ ਰਿਹਾ, ਮੈਂ ਮਸਜਿਦ ਵਿੱਚ ਕਿਉਂ ਜਾ ਰਿਹਾ। ਜੇ ਤਾਂ ਮੈਂ ਆਪਣੇ ਆਪ ਨੂੰ ਮਿਲਣ ਜਾ ਰਿਹਾ, ਮੈਂ ਪਰਮਾਤਮਾ ਦੇ ਅੱਗੇ ਨਤਮਸਤਕ ਹੋਣ ਜਾ ਰਿਹਾ, ਸਰਬ ਰੂਪ ਵਿੱਚ ਆਪਣੇ ਆਪ ਨੂੰ ਵੇਖਣ ਜਾ ਰਿਹਾ, ਅਤੇ ਫਿਰ ਤਾਂ ਮੈਂ ਵੱਡੇ ਭਾਗਾਂ ਵੱਲ ਹਾਂ ਕਿ ਉਹ ਮੈਨੂੰ ਵੱਡਾ ਆਕਾਰ ਦਿਸਦਾ, ਉਹ ਦਿਸਦਾ। ਪਰ ਜੇ ਮੈਂ ਛੋਟੇ ਖਿਆਲਾਂ ਨਾਲ ਜਾ ਰਿਹਾ, ਛੋਟੀ ਛੋਟੀ ਨੁਕਤਾਚੀਨੀ ਦੇ ਖਿਆਲ ਮੇਰੇ ਮਨ ਵਿੱਚ ਹਨ, ਅਤੇ ਜਮ੍ਹਾਂ ਘਟਾਓ ਹੀ ਕਰਨ ਜਾ ਰਿਹਾ, ਮੈਂ ਕਿੱਥੋਂ ਕਿਹੜਾ ਲਾਭ ਪ੍ਰਾਪਤ ਕਰਨ ਜਾ ਰਿਹਾ, ਫਿਰ ਤਾਂ ਇਹ ਸਾਰੇ ਜਿਹੜੇ ਹੈ ਇੱਕ ਪ੍ਰਕਿਰਿਆਵਾਂ ਹੀ ਹਨ, ਦੁਨੀਆਦਾਰੀ ਹੈ। ਤਾਂ ਦੁਨੀਆਦਾਰੀ ਇੱਕ ਪਾਸੇ ਅਤੇ ਪ੍ਰਭੂ ਦਾ ਚਿੰਤਨ ਇੱਕ ਪਾਸੇ। ਹੁਣ ਪਲੜਾ ਮੈਂ ਖੁਦ ਹੀ ਤੋਲਣਾ ਕਿ ਮੈਂ ਕਿਹੜੀ ਵਣਜ ਕਰਕੇ ਆਇਆ। ਬਈ ਵਣਜ ਕਰੋ ਵਣਜਾਰਿਓ, ਵੱਖਰ ਲਿਓ ਸੰਭਾਲ। ਉਹ ਵੱਖਰ, ਉਸ ਵਸਤ ਨੂੰ ਸੰਭਾਲੋ। ਉਹ ਵੱਖਰ ਕੀ ਹੈ? ਜਿਹੜੀ ਚੀਜ਼ ਦਾ ਸੌਦਾ ਕਰਨ ਆਏ ਸੀ, ਉਹ ਸਾਨੂੰ ਯਾਦ ਹੈ ਕਿ ਭੁੱਲ ਗਿਆ। ਤੇ ਵਣਜ ਕੀ ਹੈ? ਵਣਜ ਵਪਾਰ ਹੈ। ਤੋ ਉਹ ਵਪਾਰ ਕਾਹਦਾ ਹੈ ਕਿ ਤੁਸੀਂ ਚੰਗੀ ਖਿਆਲਾਂ ਦੀ ਐਕਸਚੇਂਜ ਕਰੋ, ਜਿਹਦੇ ਨਾਲ ਤੁਹਾਨੂੰ ਆਪਣੇ ਸਰੂਪ ਦੀ ਲਖਤਾ ਹੋਵੇ। ਉਹਨਾਂ ਉਸ ਸੰਗਤ ਨੂੰ ਕਰੋ ਜਿਹੜੇ ਤੁਹਾਨੂੰ ਆਪਣੇ ਸਰੂਪ ਤੋਂ ਗਿਰਾ ਦਿੰਦੇ ਨੇ, ਆਪਣੇ ਸਰੂਪ ਦੀ ਪਹਿਚਾਣ ਕਰਨ ਵਿੱਚ ਤਕਲੀਫ ਦਿੰਦੇ ਨੇ ਜਾਂ ਦੂਰ ਕਰਦੇ ਨੇ। ਉਹ ਸੰਗਤ ਨਾ ਕਰੋ। ਜੇ ਕਰੋ ਤਾਂ ਗੁਰੂ ਅਰਜਨ ਦੇਵ ਜੀ ਵਾਂਗੂ ਠੀਕ ਹੈ ਵੀ ਲੋਗਨ ਸਿਓ ਮੇਰਾ ਟਾਟਾ ਬਾਗਾ, ਰਾਮ ਨਾਮ ਮੇਰਾ ਮਨ ਲਾਗਾ। ਬਈ ਜਿਵੇਂ ਇੱਕ ਉਦਾਹਰਨ ਦਿੰਦੇ ਆ ਕਿ ਵੀ ਘੜਾ ਪਾਣੀ ਦਾ ਭਰਿਆ ਸਿਰ 'ਤੇ ਪਿਆ, ਅਤੇ ਉਸ ਸਿਰ ਦੇ ਉੱਤੇ 2 ਘੜੇ ਹੋਰ ਵੀ ਪਏ ਨੇ, ਘੜੇ ਦੇ ਉੱਤੇ ਘੜਾ ਪਿਆ। ਅਤੇ ਹੁਣ ਗੱਲਾਂ ਨਾਲ ਸਖੀ ਬਾਕੀ ਦੀ ਸਖੀਆਂ ਨਾਲ ਉਹ ਗੱਲਾਂ ਕਰਦੀ ਹੈ, ਪਰ ਧਿਆਨ ਥੋੜ੍ਹੀ ਉਹਦਾ ਘੜੇ ਤੋਂ ਪਰੇ ਹੋਇਆ। ਉਹ ਸਿੱਧੀ ਘਰ ਨੂੰ ਆ ਜਾਂਦੀ ਹੈ, 3 ਘੜੇ ਪਾਣੀ ਦੇ ਉਹਦੇ ਸਿਰ 'ਤੇ ਹੀ ਰਹਿੰਦੇ ਨੇ। ਬਸ ਆਪਣੀ ਲਿਵ, ਆਪਣੀ ਸੁੱਖ ਸ਼ਾਂਤੀ ਇਸੇ ਤਰ੍ਹਾਂ ਹੀ ਸੰਭਾਲਣੀ, ਹਰ ਵਕਤ ਸੰਭਾਲਣੀ ਕਿ ਮੇਰੇ ਸਿਰ 'ਤੇ ਘੜਾ ਪਿਆ ਪਾਣੀ ਦਾ, ਅਤੇ ਉਹ ਪਾਣੀ ਛਲਕਣਾ ਨਹੀਂ ਚਾਹੀਦਾ। ਜੇ ਮੈਂ ਕਿਸੇ ਔਬਜੈਕਟਿਵ ਨਾਲ ਚੱਲਿਆ ਅੱਗੇ, ਅਤੇ ਉਹ ਔਬਜੈਕਟਿਵ ਜੋ ਹੈ ਉਹ ਮੈਂ ਅਟੇਨ ਕਰਨਾ ਹੀ ਹੈ। ਹੁਣ ਰਾਜਾ ਜਨਕ ਨੇ ਸੁਖਦੇਵ ਜੀ ਨੂੰ ਕਿਹਾ, ਇੱਕ ਉਪਦੇਸ਼ ਦਿੱਤਾ ਕਿ ਉਹ ਕਹਿੰਦੇ ਤੁਸੀਂ ਇੱਥੇ, ਤੁਹਾਨੂੰ ਕਿੰਨਾ ਰਾਜ ਭਾਗ ਹੈ। ਸੁਖਦੇਵ ਜੀ ਕਹਿੰਦੇ ਤੇ ਤੁਸੀਂ ਬਹੁਤ ਸੁਖੀ ਹੋ, ਅਤੇ ਤੁਹਾਨੂੰ ਫਿਰ ਪਰਮਾਤਮਾ ਦਾ ਚਿੰਤਨ ਕਿਵੇਂ ਰਹਿੰਦਾ ਹੋਏਗਾ? ਤੁਸੀਂ ਤੇ ਉਹਨੂੰ ਭੁੱਲ ਜਾਂਦੇ ਹੋਵੋਗੇ। ਜਨਕ ਜੀ ਨੇ ਕਿਹਾ ਅੱਜ ਤੂੰ ਰਾਤ ਮੇਰੇ ਕੋਲ ਰਹਿ ਅਤੇ ਤੈਨੂੰ ਮੈਂ ਇਹਦਾ ਜਵਾਬ ਦੇਣਾ। ਅਤੇ ਉਹਨਾਂ ਨੇ ਸੁਖਦੇਵ ਮੁਨੀ ਨੂੰ ਆਪਣੇ ਰਾਜ ਮਹਿਲ ਵਿੱਚ ਰੱਖ ਲਿਆ। ਔਰ ਰਾਤੀ ਜਦੋਂ ਜਿੱਥੇ ਸੋਣਾ ਸੀ, ਵਧੀਆ ਬਿਸਤਰ ਵੀ ਲਗਾ ਦਿੱਤੇ, ਖਾਣਾ ਪੀਣਾ ਵੀ ਚੰਗਾ ਖਵਾ ਦਿੱਤਾ, ਅਤੇ ਉੱਪਰ ਇੱਕ ਨੰਗੀ ਤਲਵਾਰ ਲਟਕਾ ਦਿੱਤੀ ਜਿੱਥੇ ਉਹਨਾਂ ਨੇ ਸੋਣਾ ਸੀ, ਅਤੇ ਉਹ ਰੇਸ਼ਮੀ ਧਾਗੇ ਨਾਲ ਉਹ ਬੰਨੀ ਹੋਈ ਹੈ। ਅਤੇ ਸਵੇਰੇ ਜਦੋਂ ਹੋਈ ਅਤੇ ਮਹਾਰਾਜਾ ਜਨਕ ਸੁਖਦੇਵ ਜੀ ਨੂੰ ਮਿਲੇ ਅਤੇ ਕਹਿੰਦੇ ਭਾਈ ਕਿਹੋ ਜਿਹੀ ਨੀਂਦ ਆਈ ਸਾਡੇ ਮਹਿਲਾਂ 'ਚ? ਉਹ ਕਹਿੰਦਾ ਹੋਰ ਤਾਂ ਸਭ ਠੀਕ ਸੀ, ਪਰ ਮੈਨੂੰ ਉਹੀ ਖਤਰਾ ਲੱਗਾ ਰਿਹਾ ਕਿ ਕਿਤੇ ਤਲਵਾਰ ਗਿਰ ਨਾ ਜਾਏ। ਬਸ ਰਾਜਾ ਜਨਕ ਨੇ ਇਹੀ ਕਿਹਾ ਕਿ ਦੇਖ ਭਾਈ, ਮੈਨੂੰ ਹਮੇਸ਼ਾ ਇਹ ਯਾਦ ਰਹਿੰਦਾ ਹੈ ਕਿ ਕਿਹੜੇ ਘੜੀ ਮੌਤ ਆ ਜਾਣੀ, ਅਤੇ ਮੈਂ ਹਰ ਵੇਲੇ ਇਸ ਗੱਲ ਨੂੰ ਆਪਣੇ ਮਨ 'ਚ ਪੱਕਾ ਰੱਖਦਾ ਕਿ ਇਹ ਕੋਈ ਪਤਾ ਨਹੀਂ ਕਿਹੜੀ ਘੜੀ ਆਖਿਰਲੀ ਹੈ, ਦਮ ਆਵੇ ਕਿ ਨਾ ਆਵੇ। ਦਮ ਦਮ ਸਦਾ ਸੰਭਾਲਤਾ। ਇੱਕ ਇੱਕ ਦਮ ਜੋ ਹੈ ਉਹਦੀ ਕਿਰਪਾ ਨਾਲ ਮਿਲਿਆ,
ਉਹ ਆਣਾ ਹੈ ਤੇ ਜਾਣਾ, ਇਹ ਅਖੀਰ 'ਚ ਵੀ ਇੰਝ ਹੀ ਹੋਣਾ ਕਿ ਦਮ ਆਣਾ ਹੈ ਕਿ ਨਹੀਂ ਆਣਾ। ਉਹੀ ਸਾਡੀ ਖੇਡ ਹੈ ਸਾਰੀ ਸਾਰੇ ਜੀਵਨ ਦੀ ਖੇਡ ਹੀ ਆਏ ਕਿ ਅਸੀਂ ਸਾਸ ਦੇ ਨਾਲ ਹੀ, ਸਵਾਸਾਂ ਨਾਲ ਹੀ ਜੋ ਹੈ ਅਸੀਂ ਜਿਉਂਦੇ ਹਾਂ ਔਰ ਅਸੀਂ ਜੀਵਨ ਬਿਤਾ ਰਹੇ ਹਾਂ। ਪਰ ਇਹ ਕੋਈ ਕਿਸੇ ਨੂੰ ਨਹੀਂ ਪਤਾ ਕਿ ਮੈਨੂੰ ਅਗਲਾ ਸਵਾਸ ਮੈਂ ਲੈ ਸਕਣਾ ਕਿ ਨਹੀਂ ਲੈ ਸਕਣਾ। ਸੋ ਇਹੀ ਚਿੰਤਨ ਹੈ ਕਿ ਮੈਨੂੰ ਹਮੇਸ਼ਾ ਇਹੀ ਯਾਦ ਰਹੇ ਕਿ ਮੈਂ ਆਪਣੇ ਸਵਾਸਾਂ ਦਾ ਹੀ ਭਲਾ ਕਰਨਾ, ਬਾਅਦ 'ਚੋਂ ਕਿਸੇ ਹੋਰ ਦਾ। ਸੋ ਇਸ ਕਨਵਰਸੇਸ਼ਨ ਨੂੰ ਆਪਾਂ ਫੇਰ ਕੰਟੀਨਿਊ ਕਰਾਂਗੇ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ।